Assalamu alaikum warahmatullahi wabarakatuh. Dear students and aspirants, कायद-ए-आज़म ऑनलाइन एकेडमी के प्लेटफॉर्म से मैं आपको एक बार फिर वेलकम करती हूँ। आज हम पंजाबी की दूसरी रेगुलर क्लास ले रहे हैं। आज मैं आपको बताऊंगी कि हमारे पास एक पोर्शन है पंजाबी का असरी जदीद शायरी। असरी जदीद शायरी में हमारे पास हमने असली असली जदीद शायरी असा ने कल डिस्कस की थी सारा सिलेबस ਕੀਤਾ ਸੀ ਤੇ ਉਹਦੇ ਵਿੱਚ ਅਸੀਂ ਕਿਹਾ ਸੀ ਕਿ ਇਹਦੇ ਵਿੱਚੋਂ ਅਸੀਂ 4 ਜਾਂ 5 ਜਿਹੜੇ ਨੇ ਉਹ ਸ਼ਾਇਰ ਕਰਨੇ ਨੇ ਜਦੀਦ ਸ਼ਾਇਰੀ ਵਿੱਚੋਂ 4 ਜਾਂ 5 ਚਾਰ ਤੇ ਮੈਂ ਤੁਹਾਨੂੰ ਦੱਸਦੇ ਤੇ ਕਿ ਉਹ ਜ਼ਰੂਰ ਕਰਨੇ ਨੇ ਜਗਰਾਤੇ ਚਾਰ ਚੁੱਪ ਚੀਜ਼ਾਂ ਕੱਚੇ ਗਰੇ ਤੇ ਮਵਾਤੇ ਇਹ ਚਾਰ ਤੁਸੀਂ ਜ਼ਰੂਰ ਕਰਨੇ ਨੇ ਬਾਕੀ ਜਿਹੜੇ ਤੁਹਾਡੇ ਕੋਲ ਨੇ 3 ਇਹ 2 ਇਹ ਤੇ ਇਹ ਤਾਂ ਇਹਨਾਂ ਵਿੱਚੋਂ ਤੁਸੀਂ ਕੋਈ ਹਿੱਕ ਕਰਨਾ ਹੈ ਇਹ ਚਾਰ ਤੁਸੀਂ ਜ਼ਰੂਰ ਕਰਨੇ ਨੇ ਇਹਨਾਂ ਵਿੱਚ ਕੋਈ ਤੁਸੀਂ ਹਿੱਕ ਆਪਸ਼ਨਲ ਕਰਨਾ ਅੱਜ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਇਹ ਸਾਰਾ ਅਗਰ ਇਸ ਹਿੱਕ ਦਾ ਪਤਾ ਚੱਲ ਜਾਵੇ ਕਿ ਇਹਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਕਿਸ ਤਰ੍ਹਾਂ ਇਹਨੂੰ ਸੋਲਵ ਕਰਨਾ ਹੈ ਪੰਜਾਬੀ ਦਾ ਇੱਕ ਹੁਸਨ ਹੈ ਪੰਜਾਬੀ ਦੀ ਇੱਕ ਆਸਾਨੀ ਸਮਝ ਲਓ ਕਿ ਪੰਜਾਬੀ ਵਿੱਚ ਜਿਸ ਤਰ੍ਹਾਂ ਵੀ ਸਵਾਲ ਆਵੇ ਤੁਸੀਂ ਜਵਾਬ ਹਿੱਕ ਹੀ ਲਿਖਣਾ ਹੈ ਇੱਕ ਜਵਾਬ ਤੁਸੀਂ ਯਾਦ ਕਰ ਲਓ ਉਸ ਤੇ ਅਗਰ ਤੁਹਾਡੇ ਤੇ ਕੋਲ ਆ ਜਾਂਦਾ ਹੈ ਜਗਰਾਤੇ ਤੇ ਵੇਰਵਾ ਕਰੋ ਜਾਂ ਤੁਸੀਂ ਸ਼ਰੀਫ ਪੰਜਾਈ ਜਿਹੜੇ ਨੇ ਉਹ ਜਦੀਦ ਜਾਂ ਨਵੀਂ ਸ਼ਾਇਰੀ ਦੇ ਬਾਨੀ ਨੇ ਤੁਹਾਡਾ ਕੀ ਖਿਆਲ ਹੈ ਇਹ ਸਾਰੇ ਇਸ ਤਰ੍ਹਾਂ ਦੀ ਕੋਈ ਵੀ ਤੁਹਾਡੇ ਕੋਲ ਜਗਰਾਤੇ ਤੇ ਸਵਾਲ ਆਵੇਗਾ ਤੁਸੀਂ ਉਹਨਾਂ ਨੂੰ ਉਹ ਜੇ ਤੁਸੀਂ ਹੈਡਿੰਗ ਨਾਲ ਯਾਦ ਕੀਤਾ ਸੀਗਾ ਤੁਸੀਂ ਉਹੀ ਲਿਖ ਦੇਣਾ ਹੈ ਠੀਕ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਇਹਦੇ ਵਿੱਚ ਤੁਸੀਂ ਕਿਵੇਂ ਹੈਡਿੰਗਸ ਬਣਾਉਣੀਆਂ ਨੇ ਕਿਵੇਂ ਤੁਸੀਂ ਲਿਖਣਾ ਹੈ ਬਾਕੀ ਸਾਰਿਆਂ ਤੁਸੀਂ ਉਹੀ ਪੈਟਰਨ ਫੋਲੋ ਕਰਨਾ ਹੈ ਠੀਕ ਹੈ ਅੱਛਾ ਜੀ ਜਗਰਾਤੇ ਇਹ ਸਾਡੇ ਕੋਲ ਇੱਕ ਅਸਾਈਨਮੈਂਟ ਮੌਜੂਦ ਹੈ ਸਾਡੇ ਇੱਕ ਸਟੂਡੈਂਟ ਨੇ ਬਣਾਈ ਸੀ ਚੈੱਕ ਕਰਵਾਈਏ ਤੇ ਬਹੁਤ ਅੱਛੀ ਅਸਾਈਨਮੈਂਟ ਉਹਨੇ ਬਣਾਈ ਹੈ ਮੈਂ ਤੁਹਾਨੂੰ ਉਸ ਹਿਸਾਬ ਨਾਲ ਉਸ ਤਰੀਕੇ ਨਾਲ ਦੱਸਦੇ ਹਾਂ ਇਹ ਸਟੂਡੈਂਟਸ ਨੂੰ ਅਸੀਂ ਖੁਦ ਵੀ ਕਰਵਾਇਆ ਹੈ ਉਹ ਇਹ ਕਿ ਸਟੂਡੈਂਟ ਨੂੰ ਅਸੀਂ ਇਹ ਤਰੀਕਾ ਦੱਸਿਆ ਹੈ ਤੇ ਇਹ ਤਰੀਕਾ ਬੜਾ ਹੀ ਕਾਮਯਾਬ ਵੀ ਹੋਇਆ ਹੈ ਸਟੂਡੈਂਟਸ ਵਾਸਤੇ ਜਗਰਾਤੇ ਦੇ ਜਿਹੜੇ ਸ਼ਾਇਰ ਨੇ ਉਹ ਸ਼ਰੀਫ ਕੰਜਾਹੀ ਨੇ ਜਗਰਾਤੇ ਉਹਨਾਂ ਦੀ ਨਜ਼ਮਾਂ ਦਾ ਇੱਕ ਮਜਮੂਆ ਹੈ ਇੱਕ ਕਿਤਾਬ ਹੈ ਸ਼ਰੀਫ ਕੰਜਾਹੀ ਹੋਰਾਂ ਦੀ ਠੀਕ ਹੈ ਸਭ ਤੋਂ ਪਹਿਲੇ ਤੁਸੀਂ ਇਹਦੇ ਲਿਖਣਾ ਹੈ ਕੋਈ ਵੀ ਸਵਾਲ ਆਵੇ ਕਿਸੇ ਤੇ ਵੀ ਆਵੇ ਤਾਰੁਫ ਉਹਦਾ ਤੁਸੀਂ ਜ਼ਰੂਰ ਲਿਖਣਾ ਹੈ ਤਾਰੁਫ ਵਿੱਚ ਤੁਸੀਂ ਸ਼ਾਇਰ ਦਾ ਮੁਖਤਸਰ ਜਿਹੜਾ ਤਾਰੁਫ ਲਿਖਣਾ ਹੈ ਤੇ ਸਵਾਲ ਦਾ ਤਾਰੁਫ ਜ਼ਿਆਦਾ ਲਿਖਣਾ ਹੈ ਸਵਾਲ ਦਾ ਤਾਰੁਫ ਤੇ ਸ਼ਾਇਰ ਦਾ ਤਾਰੁਫ ਤੁਸੀਂ ਇੱਕ ਤਾਰੁਫ ਹੀ ਲਿਖਣਾ ਹੈ ਠੀਕ ਹੈ ਹੈਡਿੰਗਸ ਤੁਸੀਂ ਪਹਿਲੇ ਬਣਾ ਲੈਣੀਆਂ ਨੇ ਇਹਦਾ ਇਹ ਫਾਇਦਾ ਹੁੰਦਾ ਹੈਡਿੰਗਸ ਤੋਂ ਬਗੈਰ ਵੀ ਲਿਖਿਆ ਜਾ ਸਕਦਾ ਲੇਕਿਨ ਹੈਡਿੰਗਸ ਬਣਾਉਣ ਦਾ ਇਹ ਫਾਇਦਾ ਹੁੰਦਾ ਕਿ ਤੁਹਾਡੇ ਕੋਲ ਬ੍ਰੇਨਸਟੋਰਮਿੰਗ ਵਾਸਤੇ ਟਾਈਮ ਬਚ ਜਾਂਦਾ ਹੈ ਕਿ ਤੁਹਾਡੇ 5-6 ਮਿੰਟ ਲੱਗਦੇ ਨੇ ਉਸ ਤੋਂ ਬਾਅਦ ਬਾਕੀ ਥੋੜਾ ਜਿਹਾ ਟਾਈਮ ਉਹ ਸੇਵ ਹੋ ਜਾਂਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਤਾਰਫ ਲਿਖਣਾ ਹੈ ਉਸ ਤੋਂ ਬਾਅਦ ਜਗਰਾਤੇ ਦਾ ਵੇਰਵਾ ਕਿ ਜਗਰਾਤੇ ਕੀ ਹੈ ਕਿਵੇਂ ਦੀ ਹੈ ਇਹਦੇ ਚ ਕੀ ਹੈ ਉਸ ਤੋਂ ਬਾਅਦ ਇਹ ਨਜ਼ਮਾਂ ਦਾ ਮੌਜ਼ੂਆਤੀ ਵੇਰਵਾ ਤੁਸੀਂ ਇਹ ਜਿਹੜੇ ਲਿਖੇ ਨੇ ਇਹਨੂੰ ਆਪਣੇ ਲਫ਼ਜ਼ਾਂ ਵਿੱਚ ਕਨਵਰਟ ਕਰ ਲੈਣਾ ਸੇਮ ਇਹ ਤੁਸੀਂ ਨਹੀਂ ਲਿਖਣੀਆਂ ਜਿਹੜੀਆਂ ਤੁਹਾਨੂੰ ਹੈਡਿੰਗਸ ਵਿਖਾ ਰਹੀਆਂ ਤੁਸੀਂ ਸੇਮ ਇਹ ਹੈਡਿੰਗਸ ਨਹੀਂ ਲਿਖਣੀਆਂ ਤੁਸੀਂ ਇਹਨਾਂ ਨੂੰ ਕਨਵਰਟ ਕਰਨਾ ਕਿ ਤੁਸੀਂ ਅੱਛੇ ਨੰਬਰ ਲੈਣਾ ਚਾਹੁੰਦੇ ਹੋ ਠੀਕ ਹੈ ਇਹਨਾਂ ਵਿੱਚ ਵੀ ਥੋੜੀ ਜਿਹੀ ਕਰੈਕਸ਼ਨ ਦੀ ਜ਼ਰੂਰਤ ਹੈ ਸਿਰਫ ਇਹ ਕਿ ਉਹਨਾਂ ਦੇ ਲਫ਼ਜ਼ਾਂ ਵਿੱਚ ਬਾਕੀ ਪੈਟਰਨ ਬਿਲਕੁਲ ਸੇਮ ਹੈ ਪੈਟਰਨ ਅੱਛਾ ਹੈ ਬੇਸਿਕਲੀ ਮੈਂ ਤੁਹਾਨੂੰ ਪੈਟਰਨ ਵਿਖਾ ਰਹੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਹ ਸੋਲਵ ਕਰਨਾ ਹੈ ਠੀਕ ਹੋ ਗਿਆ ਉਸ ਤੋਂ ਬਾਅਦ ਇੱਕ ਰੁਜਾਇਤ ਪਸੰਦ ਸ਼ਾਇਰ ਤੁਸੀਂ ਸਿਰਫ ਰੁਜਾਇਤ ਵੀ ਲਿਖ ਸਕਦੇ ਹੋ ਰੁਜਾਇਤ ਪਸੰਦੀ ਵੀ ਲਿਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਕਹਿੰਦੇ ਆਪਣੀ ਹੈਡਿੰਗਸ ਬਣਾਉਣੀਆਂ ਨੇ ਉਸ ਦੇ ਰਿਲੇਟਡ ਠੀਕ ਹੈ ਉਸ ਤੋਂ ਬਾਅਦ ਦੂਜਿਆਂ ਦੇ ਕੰਮ ਆਉਣ ਦਾ ਜਜ਼ਬਾ ਠੀਕ ਹੈ ਇਸ ਤੁਸੀਂ ਭਾਈਚਾਰੇ ਦਾ ਜਜ਼ਬਾ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਜਜ਼ਬਾਤ ਦਾ ਸੱਚਾ ਇਜ਼ਹਾਰ ਠੀਕ ਹੈ ਇਹਦੇ ਤੁਸੀਂ ਜਜ਼ਬਾਤ ਨਗਾਰੀ ਵੀ ਲਿਖ ਸਕਦੇ ਹੋ ਤਨਜ਼ੀਆ ਅੰਦਾਜ਼ ਅਮਨ ਦੀ ਚਾਹਤ ਤੇ ਜੰਗ ਤੋਂ ਨਫ਼ਰਤ ਤਰੱਕੀ ਪਸੰਦ ਸ਼ਾਇਰ ਪੰਜਾਬੀ ਵਸੇਬ ਦੀ ਨੁਮਾਇੰਦਗੀ ਇੱਥੇ ਤੁਸੀਂ ਲਿਖ ਸਕਦੇ ਹੋ ਪੰਜਾਬੀ ਸਕਾਫਤ ਦੀ ਨੁਮਾਇੰਦਗੀ ਕਿਵੇਂ ਪਾਕਿਸਤਾਨ ਤੇ ਹਿਜਰਤ ਦਾ ਵੇਲਾ ਇੱਥੇ ਤੁਸੀਂ ਲਿਖ ਸਕਦੇ ਹੋ ਦੇਸ਼ ਦੀ ਆਜ਼ਾਦੀ ਦਾ ਵੇਲਾ ਮੰਜ਼ਰ ਨਿਗਾਰੀ ਹੈ ਠੀਕ ਹੈ ਉਸ ਤੋਂ ਬਾਅਦ ਲਾਸਟ ਤੇ ਤੁਸੀਂ ਕੀ ਕਰਨਾ ਹੁੰਦਾ ਹੈ ਅੱਛਾ ਇੱਕ ਹੋਰ ਹੈਡਿੰਗ ਹੈ ਦੁਨੀਆ ਦੀ ਬੇਸਬਾਤੀ ਇਸ ਤੋਂ ਬਾਅਦ ਤੁਸੀਂ ਸ਼ਾਇਰ ਦੀਆਂ ਖੂਬੀਆਂ ਜਾਂ ਇੱਥੇ ਤੁਸੀਂ ਸ਼ਾਇਰ ਦੀਆਂ ਖੂਬੀਆਂ ਦੇ ਨਾਲ ਤੁਸੀਂ ਇੱਥੇ ਬਿਹਤਰ ਹੈ ਤੁਸੀਂ ਸ਼ਾਇਰ ਦੀਆਂ ਖੂਬੀਆਂ ਦੀ ਬਜਾਏ ਤੁਸੀਂ ਇੱਥੇ ਲਿਖੋ ਫਨੀ ਜਾਇਜ਼ਾ ਠੀਕ ਹੈ ਫਨੀ ਜਾਇਜ਼ਾ ਜਗਰਾਤੇ ਦਾ ਫਨੀ ਜਾਇਜ਼ਾ ਠੀਕ ਹੈ ਇਹ ਇੰਗਲਿਸ਼ ਵਾਲਾ ਫਨੀ ਨਹੀਂ ਹੈ ਇਹ ਆਰਟ ਜਿਹਨੂੰ ਤੁਸੀਂ ਆਖਦੇ ਹੋ ਨਾ ਆਰਟ ਯਾਨੀ ਫਨ ਠੀਕ ਹੈ ਇਹ ਉਹ ਹੈ ਫਨੀ
ਫਨੀ ਜਾਇਦਾ। ਠੀਕ ਹੈ, ਉਸ ਤੋਂ ਬਾਅਦ ਮੁੱਕਦੀ ਗੱਲ ਤੁਸੀਂ ਅਖੀਰ ਤੇ ਜ਼ਰੂਰ ਲਿਖਣੀ ਹੁੰਦੀ। ਇਹ ਤੁਸੀਂ ਸ਼ਾਇਦ ਦੀਆਂ ਖੂਬੀਆਂ ਜਾਂ ਫਨੀ ਜਾਇਦਾ ਲਿਖੋ, ਜਾਂ ਮੈਂ ਪ੍ਰੈਫਰ ਕਰਦੀ ਤੁਸੀਂ ਲਿਖੋ। ਅਗਰ ਤੁਸੀਂ ਨਾ ਵੀ ਲਿਖੋ ਲੇਕਿਨ ਮੁੱਕਦੀ ਗੱਲ ਤੁਸੀਂ ਜ਼ਰੂਰ ਲਿਖਣੀ ਹੈ। ਅਗਰ ਤੁਸੀਂ ਮੁੱਕਦੀ ਗੱਲ ਨਹੀਂ ਲਿਖੋਗੇ ਤਾਂ ਇਹਦਾ ਮਤਲਬ ਹੈ ਤੁਹਾਡਾ ਸਵਾਲ ਜਿਹੜਾ ਹੈ ਉਹ ਇਨਕੰਪਲੀਟ ਹੈ, ਤੁਹਾਡਾ ਸਵਾਲ ਨਾ ਮੁਕੰਮਲ ਰਹਿ ਗਿਆ, ਤੁਸੀਂ ਕੰਪਲੀਟ ਨਹੀਂ ਹੋ ਕਰ ਸਕੇ। ਠੀਕ ਹੈ, ਇਸ ਤੋਂ ਬਾਅਦ ਤੁਸੀਂ ਸਟਾਰਟ ਕਰਨਾ, ਜਿਸ ਵੇਲੇ ਤੁਸੀਂ ਸਟਾਰਟ ਕਿਸ ਤਰ੍ਹਾਂ ਲੈਣਾ ਹੈ, ਇਸ ਵੇਲੇ ਤੁਸੀਂ ਇਹਦਾ ਸਟਾਰਟ ਲੈਣਾ ਹੈ। ਉਸ ਤੇ ਸਭ ਤੋਂ ਪਹਿਲੇ ਤੁਸੀਂ ਇੱਕ ਜਰਨਲ ਤਾਰੁਫ ਦੇਣਾ ਹੈ ਸ਼ਾਇਦ ਦਾ, ਕਿ ਸ਼ਰੀਫ ਕਿੰਜਾਹੀ ਹੋਰਾਂ ਦੀ ਸ਼ਖਸੀਅਤ ਦੇ ਕਈ ਨੁਮਾਇਆ ਪਹਿਲੂ ਨੇ। ਆਪ ਇੱਕੋ ਵਾਰੀ ਸ਼ਾਇਰ, ਨਕਾਦ, ਮੁਤਰਜਮ, ਉਸਤਾਦ, ਐਡੀਟਰ, ਇਹ ਤੁਸੀਂ ਇਸ ਆਪਣੇ ਕੋਲੋਂ ਵੀ ਲਿਖ ਸਕਦੇ ਹੋ, ਲੇਕਿਨ ਉਨ ਸ਼ਾਇਰ ਦੇ ਬਾਰੇ ਲਿਖਣਾ ਹੈ ਆਪਣੇ ਲਫ਼ਜ਼ਾਂ ਵਿੱਚ ਲਿਖਣਾ ਹੈ। ਆਪਣੇ ਕੋਲੋਂ ਤੁਸੀਂ ਕੋਈ ਵੀ ਸ਼ੇਰ ਬਣਾ ਕੇ ਨਹੀਂ ਲਿਖਣਾ। ਇਹਦੇ ਵੀ ਤੁਸੀਂ ਜਿਹੜੀ ਹੈਡਿੰਗਸ ਦੇਣੀਆਂ ਨੇ ਉਸ ਹਰ ਹੈਡਿੰਗ ਵਿੱਚ ਇੱਕ ਸ਼ੇਰ ਹੋਣਾ ਚਾਹੀਦਾ ਹੈ, ਕਮ ਤੋਂ ਕਮ ਇੱਕ ਸ਼ੇਰ ਹੋਣਾ ਚਾਹੀਦਾ ਹੈ, ਉਹ ਰੈਲੀਵੇਂਟ ਇਸੇ ਸ਼ਾਇਰ ਦਾ ਹੋਣਾ ਚਾਹੀਦਾ, ਕਿਸੇ ਹੋਰ ਸ਼ਾਇਰ ਦਾ ਨਹੀਂ ਹੋਣਾ ਚਾਹੀਦਾ। ਜਦੀਦ ਸ਼ਾਇਰੀ ਵਿੱਚ ਤੁਸੀਂ ਕੀ ਕਰ ਸਕਦੇ ਹੋ, ਜੇ ਤੁਹਾਡੀ ਇਹ ਜਦੀਦ ਸ਼ਾਇਰੀ ਹੈ, ਇਸ ਵਿੱਚ ਤੁਸੀਂ ਇਸ ਜਦੀਦ ਸ਼ਾਇਰੀ ਵਿੱਚ ਤੁਸੀਂ ਰੈਲੀਵੇਂਟ ਸ਼ੁਰਾ ਦੇ ਹੀ ਸ਼ੇਰ ਲਿਖਣੇ ਨੇ, ਕੋਈ ਹੋਰ ਸ਼ੇਰ ਕਿਸੇ ਹੋਰ ਸ਼ਾਇਰ ਦਾ ਸ਼ੇਰ ਨਹੀਂ ਲਿਖਣਾ ਹੈ। ਅਗਰ ਤੁਸੀਂ ਜਗਰਾਤੇ ਵਿੱਚ ਲਿਖ ਰਹੇ ਹੋ ਤਾਂ ਤੁਸੀਂ ਜਗਰਾਤੇ ਵਿੱਚ ਸਿਰਫ ਸ਼ਰੀਫ ਕੰਜਾਹੀ ਦੇ ਸ਼ੇਰ ਲਿਖਣੇ ਨੇ। ਅਗਰ ਤੁਸੀਂ ਕਿਸੇ ਘਰੇ ਦਾ ਸਵਾਲ ਲਿਖ ਰਹੇ ਹੋ ਤਾਂ ਇਹਦੇ ਵਿੱਚ ਤੁਸੀਂ ਬਾਕੀ ਸਦੀਕੀ ਦੇ ਸ਼ੇਰ ਲਿਖਣੇ ਨੇ। ਲੇਕਿਨ ਜਿਹੜੀ ਇਹ ਤੁਹਾਡੇ ਕੋਲ ਹੈ, ਇਹ ਤੁਹਾਡੇ ਕੋਲ ਤਸ਼ਰੀਹ ਆਉਂਦੀ ਹੈ ਕਲਾਸੀਕਲ ਸ਼ਾਇਰੀ ਦੀ। ਇੱਥੇ ਤੁਸੀਂ ਬਾਬਾ ਬੁੱਲੇ ਸ਼ਾਹ ਦਾ ਅਗਰ ਕੋਈ ਕਲਾਮ ਜਿਹੜਾ ਹੈ ਉਹ ਅਗਰ ਰਿਲੇਟ ਕਰ ਲਿਆ ਸ਼ਾਹ ਹੁਸੈਨ ਦੇ ਕਿਸੇ ਫਲਸਫੇ ਨਾਲ ਤੇ ਤੁਸੀਂ ਉਹ ਲਿਖ ਸਕਦੇ ਹੋ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਉਰਦੂ ਦੀ ਤਸ਼ਰੀਹ ਵਿੱਚ ਬਾਕੀ ਸ਼ਾਇਰਾਂ ਦੇ ਸ਼ੇਰ ਲਿਖ ਸਕਦੇ ਹੋ, ਇਸ ਤਰ੍ਹਾਂ ਪੰਜਾਬੀ ਦੀ ਤਸ਼ਰੀਹ ਵਿੱਚ ਵੀ ਤੁਸੀਂ ਬਾਕੀ ਸ਼ਾਇਰਾਂ ਦੇ ਸ਼ੇਰ ਲਿਖ ਸਕਦੇ ਹੋ। ਲੇਕਿਨ ਇਸ ਵੇਲੇ ਤੁਸੀਂ ਅਸਲੀ ਜਦੀਦ ਸ਼ਾਇਰੀ ਕਰਨੀ, ਉਸ ਵੇਲੇ ਤੁਸੀਂ ਬਾਕੀ ਸ਼ੇਰਾਂ ਦੇ ਸ਼ਾਇਰ ਨਹੀਂ ਲਿਖ ਸਕਦੇ, ਤੁਸੀਂ ਰੈਲੀਵੈਂਟ ਹੀ ਲਿਖਣੇ ਨੇ। ਠੀਕ ਹੈ, ਇਹ ਆਪਣੇ ਕਨਸੈਪਟ ਤੁਸੀਂ ਦਰੁਸਤ ਕਰ ਲਓ। ਠੀਕ ਹੈ, ਉਸ ਤੋਂ ਬਾਅਦ ਹਰ ਹੈਡਿੰਗ ਵਿੱਚ ਇੱਕ ਸ਼ੇਰ ਹੋਣਾ ਜ਼ਰੂਰੀ ਹੈ, ਕਿ ਇਹ ਹਰ ਹੈਡਿੰਗ ਵਿੱਚ ਇੱਕ ਸ਼ੇਰ होना, हर हेडिंग एक शेर होना जरूरी है। ठीक है, हर हेडिंग में आप लोगों ने एक शेर जो है वो पर हेडिंग, अगर आपने रियायत पसंदी से तुसी लिख रहे हो तो तुसी एक शेर जरूर लिखना है। ਇਹਦੇ ਵਿੱਚ ਇੱਕ ਤੋਂ ਜ਼ਿਆਦਾ ਵੀ ਲਿਖ ਸਕਦੇ ਹੋ ਲੇਕਿਨ ਇੱਕ ਜ਼ਰੂਰੀ ਹੈ। ਠੀਕ ਹੈ, ਕਿਉਂਕਿ ਇਸ ਸ਼ਾਇਰੀ ਦਾ ਸਵਾਲ ਹੈ, ਇਸ ਦੀ ਵਜ੍ਹਾ ਤੋਂ ਇਹਦੇ ਤੇ ਇੱਕ ਤੇ ਜ਼ਰੂਰ ਲਿਖਣਾ ਹੈ। ਠੀਕ ਹੈ, ਬਾਕੀ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਨੇ ਇਸ ਬੱਚੇ ਨੇ ਅਟੈਂਪਟ ਕੀਤਾ ਹੈ, ਜਿਹੜੇ ਜਗਰਾਤੇ ਦਾ ਵੇਰਵਾ ਲਿਖਿਆ ਗਿਆ ਹੈ, ਨਜ਼ਮਾਂ ਦਾ ਮੌਜ਼ੂਆਤੀ ਵੀ ਇਸ ਤਰ੍ਹਾਂ। ਬਾਕੀ ਤੁਸੀਂ ਇਹ ਅੱਗੇ ਤੁਸੀਂ ਸਭ ਹੈਡਿੰਗ ਬਣਾਏ, ਇਹ ਜਿਹੜਾ ਨਜ਼ਮਾਂ ਦਾ ਮੌਜ਼ੂਆਤੀ ਵੇਰਵਾ ਹੈ ਨਾ, ਇਹਦੇ ਵਿੱਚ ਜਗਰਾਤੇ ਵਿੱਚ ਤੁਸੀਂ ਦੱਸਦੇ ਪਿਓ ਕਿ ਨਜ਼ਮਾਂ ਨੇ ਉਹਨਾਂ ਦੇ ਮੁਖਤਲਿਫ ਮੌਜ਼ੂਆਤ ਨੇ, ਉਹਨਾਂ ਦੇ ਬਾਰੇ ਲਿਖਿਆ ਗਿਆ ਹੈ। ਠੀਕ ਹੈ ਜੀ, ਇਸ ਤਰ੍ਹਾਂ ਅਹਿਮ ਮੁੱਖ ਦੀ ਗੱਲ ਕਰਨਾ ਕੰਪਲੀਟ ਕਰ ਦਿੱਤਾ ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਗਾ ਕਿ ਤੁਸੀਂ ਜਿਹੜੀ ਹੈ ਨੇ ਜਦੀਦ ਸ਼ਾਇਰੀ ਹੈ, ਇਹਦੇ ਤੁਸੀਂ ਸ਼ੇਰ ਸਵਾਲ ਜਿਹੜੇ ਨੇ ਉਹ ਕਿਵੇਂ ਲਿਖਣੇ ਨੇ। ਸਾਰਿਆਂ ਸ਼ਾਇਰਾਂ ਦਾ ਤੁਸੀਂ ਇਹ ਹੀ ਫਾਰਮੇਟ ਰੱਖਣਾ ਹੈ, ਇਸੇ ਤਰੀਕੇ ਨਾਲ ਤੁਸੀਂ ਲਿਖਣਾ ਹੈ। ਸਭ ਤੋਂ ਪਹਿਲੇ ਤਾਰੀਫ ਤੁਸੀਂ ਜ਼ਰੂਰ ਲਿਖਣਾ ਹੈ, ਉਸਦਾ ਵੇਰਵਾ ਤੁਸੀਂ ਲਿਖਣਾ ਹੈ, ਐਂਡ ਤੇ ਤੁਸੀਂ ਫਨੀ ਜਾਇਦਾ ਤੇ ਮੁੱਕਦੀ ਗੱਲ ਲਿਖਣੀ ਹੈ। ਦਰਮਿਆਨ ਹੀ ਤੁਸੀਂ ਨੇ ਉਹਨਾਂ ਦੇ ਜਿਤਨੀਆਂ ਵੀ ਉਹਨਾਂ ਦੀਆਂ ਹੈਡਿੰਗਸ ਬਣੀ ਹੋਈਆਂ ਨੇ ਉਹਨਾਂ ਦੀ ਰੈਲੀਵੇਂਟ ਕਿਤਾਬ ਵਿੱਚ ਉਹ ਤੁਸੀਂ ਲਿਖਣੀਆਂ ਨੇ। ਠੀਕ ਹੈ, ਉਹਨਾਂ ਦੀ ਸ਼ਾਇਰੀ ਵਿੱਚ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਇਜ਼ਹਾਰ ਮਿਲਦਾ ਹੈ ਉਹ ਤੁਸੀਂ ਲਿਖਣਾ ਹੈ, ਉਹਦੇ ਵਿੱਚ ਡਿਫਰੈਂਟ ਹੈਡਿੰਗਸ ਬਣਾ ਕੇ। ਤੇ ਇਹਦੇ ਵਿੱਚ ਤੁਹਾਡੇ ਕੋਲ 15 ਹੈਡਿੰਗਸ ਜਿਹੜੀਆਂ ਨੇ ਉਹ ਕਮ ਤੋਂ ਕਮ ਹੋਣੀਆਂ ਚਾਹੀਦੀਆਂ ਨੇ। ਦਰਮਿਆਨ ਦੀਆਂ ਹੈਡਿੰਗਸ ਜਿਹੜੀਆਂ ਨੇ ਉਹ 12 ਤੋਂ 15 ਜਾਂ 12 ਤੋਂ 13 ਇਤਨੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਹੁਣ ਤੁਹਾਨੂੰ ਸ਼ਾਇਦ ਦਾ ਮੁਖਤਸਰ ਤਾਰਫ ਦੱਸਦੇ ਹਾਂ। ਸ਼ਾਇਦ ਦਾ ਜਿਹੜਾ ਮੁਖਤਸਰ ਤਾਰਫ ਹੈ ਉਹਦੇ ਵਿੱਚ ਉਹ ਤੁਸੀਂ ਯਾਦ ਇਤਨਾ ਜ਼ਿਆਦਾ ਇਹਦੀ ਅਹਿਮ ਨਹੀਂ ਹੁੰਦਾ। ਤੁਸੀਂ ਪੇਪਰ ਵਿੱਚ ਉਹਨਾਂ ਦਾ ਜਿਹੜਾ ਸ਼ਾਇਦ ਦਾ ਤਾਰਫ ਹੈ ਨਾ ਉਹ ਜ਼ਿਆਦਾ ਡਿਟੇਲ ਨਾਲ ਨਹੀਂ ਲਿਖਣਾ ਹੁੰਦਾ। ਬਹੁਤ ਜ਼ਿਆਦਾ ਡਿਟੇਲ ਤੁਸੀਂ ਸ਼ਾਇਦ ਦੇ ਬਾਰੇ ਚ ਨਹੀਂ ਦੇਣੀ ਕਿ ਜੀ ਸਵਾਲ ਹੈ, ਲੇਕਿਨ ਤੁਹਾਨੂੰ ਆਪਣੇ ਜਿਹੜੇ ਹੈ ਨਾ ਆਪਣੇ ਕਨਸੈਪਟ ਦੀ ਕਲੈਰੀਫਿਕੇਸ਼ਨ ਵਾਸਤੇ ਜਾਂ MCQs ਵਾਸਤੇ ਜਾਂ ਸ਼ਾਰਟ ਸਵਾਲ ਵਾਸਤੇ ਉਹਨਾਂ ਵਾਸਤੇ ਤੁਹਾਡੇ ਕੋਲ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਪਤਾ ਹੋਵੇ ਸ਼ਾਇਦ ਜਿਹੜਾ ਉਹ ਕਿੱਥੋਂ ਬਿਲੋਂਗ ਕਰਦਾ ਹੈ, ਤਾਂ ਕਿ ਅਗਰ ਵੀ ਤੁਹਾਡੇ ਕੋਲ ਨੇ ਤੁਹਾਨੂੰ ਲਿਖਣਾ ਪਵੇ ਤੇ ਜਾਂ ਤੁਹਾਨੂੰ ਦੱਸਣਾ ਪਵੇ ਕਿ ਸ਼ਾਇਦ ਜਿਹੜਾ ਉਹ ਕਿਸ ਤਰ੍ਹਾਂ ਦੀ ਤਹਿਜ਼ੀਬ ਨਾਲ, ਕਿਸ ਤਰ੍ਹਾਂ ਦੇ ਮੁਆਸ਼ਰੇ ਨਾਲ, ਸੋਸਾਇਟੀ ਨਾਲ ਤਾਲੁਕ ਰੱਖਦਾ ਹੈ, ਉਹ ਤੁਹਾਨੂੰ ਪਤਾ ਲੱਗਦਾ ਹੈ ਉਸ ਸ਼ਾਇਰ ਦੇ ਜਿਹੜੀ ਹੈ ਹਾਲਾਤ ਤੇ ਵਾਕਿਆਤ ਨਾਲ, ਉਸ ਵਕਤ ਕਿਹੜੇ ਕਿਹੜੇ ਵਾਕਿਆਤ ਹੋ ਰਹੇ ਸਨ। ਔਰ ਇਸ ਤਰ੍ਹਾਂ
शायद जो है वो जाए पैदाइश की ये शायद जो है वो घराना की वजह है कि वो मजहबी घराना है, अदबी घराना है, किस तरह का सियासी घराना है, उस तुहानू पता ही नहीं लगता है। ठीक है, अगर असं हुण गल शरीफ कंजाही की करिए, शरीफ कंजाही होरी जेडे ने इन्हां दा असल नाम मुहम्मद शरीफ है। शरीफ कंजाही होरां दा असल नाम मुहम्मद शरीफ है ਤੇ ਇਹ ਇੱਕ ਕਸਬਾ ਹੈ ਗੁਜਰਾਤ ਦੇ ਨਾਲ ਕੰਜਾਹ ਉਹਦੇ ਵਿੱਚ ਪੈਦਾ ਹੋਏ ਸਨ। ਇਸ ਦੀ ਵਜ੍ਹਾ ਤੋਂ ਇਹਨਾਂ ਦੇ ਨਾਂ ਨਾਲ ਅਦਬੀ ਦੁਨੀਆ ਵਿੱਚ ਕੰਜਾਹੀ ਲੱਗਦਾ ਰਿਹਾ। ਅਦਬੀ ਹਲਕਿਆਂ ਵਿੱਚ ਜਾਂ ਅਦਬੀ ਦੁਨੀਆ ਵਿੱਚ ਇਹ ਸ਼ਰੀਫ ਕੰਜਾਹੀ ਦੇ ਨਾਂ ਤੋਂ ਮਸ਼ਹੂਰ ਹੋਏ ਨੇ, ਜਾਣੇ ਜਾਂਦੇ ਨੇ। ਇਹ ਕਦੋਂ ਪੈਦਾ ਹੋਏ ਸੀ? 13 ਅਕਤੂਬਰ 1915 ਨੂੰ ਪੈਦਾ ਹੋਏ ਸੀ। ਇਹਨਾਂ ਦੇ ਵਾਲਿਦ ਦਾ ਨਾਮ ਮੌਲਾਨਾ ਗੁਲਾਮ ਮਈਉਦੀਨ ਸੀ। ਉਹ ਇੱਕ ਦਰਵੇਸ਼ ਜ਼ਬਤ ਇਨਸਾਨ ਸਨ ਤੇ ਕੰਜਾਹ ਵਿੱਚ ਉਹ ਦਰਸ ਤਦਰੀਸ ਦਾ ਕੰਮ ਕਰਦੇ ਸਨ। शरीफ कंजाही होरां ने अपनी जिहड़ी मुढ़ली तालीम है, जिहनूं तुसीं आखदे हो ना प्राइमरी एजुकेशन, ਇਹ ਉਹਨਾਂ ਨੇ ਆਪਣੇ ਵਾਲਿਦ ਕੋਲੋਂ ਹਾਸਿਲ ਕੀਤੀ ਤੇ ਮੈਟ੍ਰਿਕ ਜਿਹੜੀ ਉਹਨਾਂ ਕੰਜਾਹ ਦੇ ਹਾਈ ਸਕੂਲ ਤੋਂ ਪਾਸ ਕੀਤੀ ਸੀ। ਸ਼ਰੀਫ ਕੰਜਾਹੀ ਉਹਨਾਂ ਨੇ ਉਸ ਤੋਂ ਬਾਅਦ ਜ਼ਮੀਂਦਾਰਾ ਕਾਲਜ ਗੁਜਰਾਤ ਵਿੱਚ ਉਹਦੇ ਵਿੱਚ ਦਾਖਲਾ ਲਿਆ, ਲੇਕਿਨ ਉਹਨਾਂ ਨੇ ਕੁਝ ਘਰੇਲੂ ਮਜਬੂਰੀਆਂ ਆਈਆਂ, ਉਸ ਦੀ ਵਜ੍ਹਾ ਤੋਂ ਉਹਨਾਂ ਨੇ ਆਪਣੀ ਤਾਲੀਮ ਅਧੂਰੀ ਛੱਡ ਕੇ ਤਾਲੀਮ ਵਿੱਚ ਮਦਰਸ ਹੋ ਗਏ, ਯਾਨੀ ਉਸਤਾਦ ਬਣ ਗਏ ਸੀ। ਬਾਲਾਂ ਨੂੰ ਮਤਲਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ। ਠੀਕ ਹੈ, ਮੁਲਾਜ਼ਮਤ ਦੇ ਨਾਲ ਨਾਲ ਉਹਨਾਂ ਆਪਣੀ ਪ੍ਰਾਈਵੇਟ ਜਿਹੜੀ ਉਹ ਤਾਲੀਮ ਜਾਰੀ ਰੱਖੀ ਸਨ। BA ਦੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਉਹਨਾਂ ਨੇ MA ਉਰਦੂ MA ਫਾਰਸੀ ਦੇ ਇਮਤਿਹਾਨਾਤ ਵੀ ਪਾਸ ਕੀਤੇ ਸਨ। उन्नीस सौ बहत्तर ਵਿੱਚ ਸ਼ਰੀਫ ਕੰਜਾਹੀ ਹੋਈ ਜਿਹੜੇ ਨੇ ਇਹ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਵਿੱਚ ਸ਼ੋਬਾ ਪੰਜਾਬੀ ਕਾਇਮ ਹੋਇਆ ਤੇ ਉਹਦੇ ਵਿੱਚ ਸ਼ਰੀਫ ਕੰਜਾਹੀ ਹੋਈ ਜਿਹੜੇ ਨੇ ਉਹ ਪੰਜਾਬੀ ਪੜ੍ਹਾਉਣ ਲੱਗ ਗਏ। ਠੀਕ ਹੈ, ਉਸ ਤੋਂ ਇਲਾਵਾ ਇੱਕ ਰਸਾਲਾ ਸੀ ਉਰਦੂ ਜ਼ਬਾਨ ਦਾ ਅਖਬਾਰੇ ਉਰਦੂ, ਉਹਦੀ ਐਡੀਟਰ ਵੀ ਮੁਕਰਰ ਹੈ। ਕੁਝ ਅਰਸਾ ਉਹਨਾਂ ਨੇ ਮੁਲਾਜ਼ਮਤ ਕੀਤੀ, ਉਸ ਤੋਂ ਬਾਅਦ ਛੱਡ ਕੇ ਵਾਪਸ ਆਪਣੇ ਆਬਾਈ ਸ਼ਹਿਰ ਗੁਜਰਾਤ ਆ ਗਏ। ਔਰ ਇਹਨਾਂ ਦੀ ਜਿਹੜੀ ਵਫਾਤ ਹੈ ਉਹ ਜਨਵਰੀ 2007 ਵਿੱਚ ਹੋਈ ਸੀ। ਇਹਨਾਂ ਨੇ ਬਹੁਤ ਜ਼ਿਆਦਾ ਇਲਮੀ ਤੇ ਅਦਬੀ ਕੰਮ ਕੀਤਾ ਸੀ। ਇਹਨਾਂ ਨੇ ਪੰਜਾਬੀ, ਉਰਦੂ ਤੇ फारसी ਵਿੱਚ शायरी की थी सर। इसमें जो है शरीफ कंजाही साहब की खिदमात हैं, उसमें ये भी है कि उन्होंने सिर्फ ना सिर्फ जगराती, इसके साथ उनकी पंजाबी में एक और मजमूआ कलाम है और खोंदली वो है। फारसी में उनका मजमूआ कलाम दो दे दिल है। उर्दू में उनका मजमूआ कलाम सितारा सहरी, सूरज, सोच और साए और लम्हों का सहरा है। अच्छा जी, ये सिर्फ जो है वो शरीफ कंजाही साहब शायर ही नहीं थे बल्कि कामयाब मुतरजम भी रहे हैं और उन्होंने ढेर सारी किताबों के जो है वो बहुत सी किताबों के पंजाबी में तर्जमे किए। इन्हें सब तो जी इंपॉर्टेंट है और जावेदनामा, इलामी इकबाल की मशहूर फारसी किताब का नाम जावेदनामा, उन्होंने पंजाबी तर्जमा किया। इलामी इकबाल की एक होर किताब है इल्म इक्तिसाद, यह मुआशियात के हवाले नाल लिखी गई है, इसका भी उन्होंने पंजाबी नसरी तर्जमा किया ਸੀ। इलामी इकबाल की एक अंग्रेजी की खुतबात है द रिकंस्ट्रक्शन ऑफ रिलीजियस थॉट इन इस्लाम। क्या? द रिकंस्ट्रक्शन ऑफ रिलीजियस थॉट इन इस्लाम, ये इलामा इकबाल की एक अंग्रेजी खुतबात है ने, इन्हां दा उन्होंने पंजाबी में नसरी तर्जमा किया ਸੀ। एक 5 सूरा के नाम तो कुरान दी 5 सूरतां दा मजमून पंजाबी तर्जमा किया उन्होंने। उस तो इलावा कुरान पाक का पंजाबी तर्जमा 2 जिल्दां में छापिया ਸੀ उन्होंने। हीर वारिस शाह का उर्दू नसरी तर्जमा किया। रगेवीद का पंजाबी तर्जमा किया उन्होंने। उस तो इलावा नबी पाक वसल्लम के खुतबे ने उन्होंने नाम तो पंजाबी नसरी तर्जमा लिखा जी। बाबा गुरु नानक का कलाम का तर्जमा जो है जप जी एक जात दे नाम तो किया। एक मुसन्नफ भी हैं,
सब तो पहली उन्होंने पंजाबी लुगत की तरतीब दी सन। पंजाबी में तनकीद की किताब जातियां लिखी। तहकीकी किताब शाह दौला दरियाई हयात व तालीमात उन्होंने उर्दू में लिखियां क्योंकि वो मुसन्नफ सन। इस विच उन्होंने उर्दू में भी किताबां लिखियां सन। तहकीकी किताब तारीख गुजरात लफ्जों की ऐनक यह जड़ियां ने भी उर्दू जबान लिखियां सन। साहवां दा वीज़ा शरीफ कंजाई होना दी आप बीती है कि साहवां दा वीज़ा असल ਵਿੱਚ जनाब खालिद हमायूं एक प्रोफेसर सन। उन्होंने शरीफ कंजाई तो एक तफसीली इंटरव्यू लिया सी ਜਿਹੜਾ किताबी शक्ल च ना इतना तफसीली सी कि ਉਹਨੂੰ ਕਿਸੇ ਅਖਬਾਰ ਰਸਾਲੇ ਵਿੱਚ ਛਾਪ ਨਾ ਸਕਦਾ तो उन्हें किताबी शक्ल छाप ਦਿੱਤਾ ਸੀ। ठीक है। ਉਸ ਤੋਂ ਬਾਅਦ ਫਿਰ ਤੁਸੀਂ ਇਹ ਜਿਹੜਾ ਇਹ ਇੰਟਰੋਡਕਸ਼ਨ ਹੈ ਰਾਈਟਰ ਦਾ ਰਾਈਟਰ ਸ਼ਾਇਰ ਉਹਨਾਂ ਦਾ ਇੰਟਰੋਡਕਸ਼ਨ ਹੈ ਤੇ ਇਸ ਤੋਂ ਇਲਾਵਾ ਉਸ ਤੋਂ ਬਾਅਦ ਜੇ ਤੁਸੀਂ ਵੇਰਵਾ ਲਿਖਣਾ ਲਿਖ ਜਾਂਦੇ ਜਾ ਉਹਦੇ ਵੀ ਤੁਸੀਂ ਲਿਖਣਾ ਹੈ ਕਿ ਜਿਹੜੇ शरीफ कंजाई सन उर्दू में भी इन्होंने शायरी की है लेकिन उर्दू में इतने ज़्यादा मशहूर नहीं हुए जितने ज़्यादा ये पंजाबी में हुए। उन्होंने उर्दू जी है उर्दू नज़म उन्होंने लिखी इदा किमें पता चलता है कि 1941 में एक मरूफ शायर अनमीरा जी उन्होंने बेहतरीन उर्दू नज़मां दी ਜਿਹੜੀਆਂ ਨੇ बेहतरीन उर्दू नज़मां उन्होंने सारियां दी चुन करके एक जी है ना मजमूआ बनाया उत्ते भी शरीफ कंजाई होना दी एक नज़म है पसपाई उर्दू विच वो शामिल की थी। ठीक है। दो वजूहात हैं जिन्हां दी वजह तो पंजाबी शायरी वाल परत आए थे। ਇਹਦੇ ਵਿੱਚ ਇੱਕ ਬਕੌਲ ਇੰਤਜ਼ਾਰ ਹੁਸੈਨ ਆਦੇ ਨੇ ਕਿ ਉਰਦੂ ਸ਼ਾਇਰੀ ਵਿੱਚ ਸ਼ਰੀਫ ਕੰਜਾਈ ਉਸ ਮਿੱਟੀ ਦੀ ਬਾਸ਼ਨਾ ਨਾ ਲਾ ਸਕੇ ਸਨ ਜਿਸ ਮਿੱਟੀ ਨਾਲ ਉਹਨਾਂ ਦਾ ਮੁੱਢ ਕਦੀਮ ਦਾ ਤਾਲੁਕ ਸੀ। अच्छा दूजी गल जी है शरीफ कंजाई ने खुद आखी है कि आहिस्ता आहिस्ता मैंने इस गल का एहसास होया जिस इलाके की महक मेरे विच मौजूद है वो मेरी शायरी विच नहीं आ पाती पई उर्दू शायरी विच। इस एहसास की वजह तो मैं उर्दू शायरी तो दूर होता गया तो पंजाबी तरफ ज्यादा माहिर होता गया। ਇਹ ਦੋ ਵਜੂਹਾਤ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਸ਼ਰੀਫ ਕੰਜਾਈ ਜਿਹੜੇ ਨੇ ਉਹ ਪੰਜਾਬੀ ਵੱਲ ਪਰਤੇ ਤੇ ਇੱਕ ਜਗਰਾਤੇ ਵਰਗਾ ਜਿਹੜਾ ਹੈ ਉਹ ਸ਼ਾਕਾਰ ਲਿਖਿਆ ਸਨ। ਠੀਕ ਹੈ। ਸਭ ਤੋਂ ਪਹਿਲੇ ਜਿਹੜੇ ਜਗਰਾਤੇ ਹੈ ਇਹ 1958 ਵਿੱਚ ਡਾਕਟਰ ਜਗਤਾਰ ਸਿੰਘ ਜਿਹੜੇ ਨੇ ਉਹਨਾਂ ਲੁਧਿਆਣਵੇ ਤੋਂ ਸ਼ਾਇਆ ਕੀਤਾ ਸੀ। 1965 ਜਗਰਾਤੇ ਜਿਹੜਾ ਹੈ ਇਹ ਉਰਦੂ ਰਸਮ ਅਲ ਖਤ ਵਿੱਚ ਗੁਜਰਾਤ ਤੋਂ ਛਪਿਆ ਸੀ। ਠੀਕ ਹੈ। ਅਸਲ ਤੁਸੀਂ ਜਿਹੜੇ ਨੇ ਉਹਨੇ ਤੁਹਾਨੂੰ ਕੁਝ ਸ਼ੇਰਾਂ ਦੇ ਮਤਲਬ ਵਗੈਰਾ ਦੱਸ ਦਿੰਦੀ ਹਾਂ ਥੋੜੇ ਬਹੁਤ ਤੇ ਬਾਕੀ ਤੁਸੀਂ ਹੈਡਿੰਗ ਵਗੈਰਾ ਬਣਾਉਣੀਆਂ ਨੇ ਤੇ ਤੁਸੀਂ ਇਹ ਗਰੁੱਪ ਵਿੱਚ ਸੈਂਡ ਕਰਨੀ ਹੈ ਅਸਾਈਨਮੈਂਟ ਤੇ ਫਿਰ ਮੈਂ ਤੁਹਾਨੂੰ ਚੈੱਕ ਕਰਕੇ ਦੱਸਾਂਗੀ ਕਿ ਤੁਹਾਡੀ ਕਿਹੜੀ ਕਿਹੜੀਆਂ ਗਲਤੀਆਂ ਨੇ। ਅੱਛਾ ਇੱਕ ਨਾ ਦੀ ਨਜ਼ਮ ਹੈ ਵਨ ਦਾ ਬੂਟਾ। ਠੀਕ ਹੈ। ਕੀ ਕਹਿੰਦੇ ਨੇ ਮੈਂ ਵਨ ਦਾ ਸੰਘਣਾ ਬੂਟਾ ਠੰਡੀਆਂ ਮੇਰੀਆਂ ਛਾਵਾਂ बूटा कहते ने दरखत नो संगना कहते ने घना मैं वंदा संगना बूटा कि मैं वंदा एक घना दरखत आ ठंडियां मेरियां छावां मिठियां मेरियां पीलू मेरियां छावां बड़ियां ठंडियां ने ते मेरियां जेह्ड़ियां पीलू ने मेरे फल ने बड़े मिठे ने। वे तू रख जांदिया कि तू राह गुजरदिया मुसाफरा भुखन बानिया मांदिया आजा जट गुसा ले कि थोड़ी देर सस्ता ले मेरियां पीलू खा ले मेरी छावें बह ले हो वाह जट सुहाने ਉਹ ਜੇ ਜੱਟ ਤੂੰ ਜਿਹੜੇ ਲੰਮੇ ਥੋੜੇ ਜੇ ਤੂੰ ਜਿਹੜੇ ਨੇ ਉਹ ਗੁਜ਼ਾਰ ਲੈ ਉਹੀ ਸੁਹਾਨੇ ਲੰਮੇ ਹੋਣੇ ਨੇ। ਜੀ ਅੱਗੇ ਹੈ ਕਿ ਇਹਨਾਂ ਦੀ ਸ਼ਾਇਰੀ ਵਿੱਚ ਜੁਜਾਇਤ ਦਾ ਪਹਿਲੂ ਕਿਵੇਂ ਪਾਇਆ ਜਾਂਦਾ ਹੈ। ਇਹਦਾ ਇਜ਼ਹਾਰ ਉਹਨਾਂ ਦੀ ਇੱਕ ਨਜ਼ਮ ਮਹੀਤ ਵਿੱਚ ਮਿਲਦਾ ਹੈ ਜਿਹਦੇ ਵਿੱਚ ਉਹਨਾਂ ਨੇ ਮੁਆਸ਼ਰਤੀ ਜਿਹੜੀਆਂ ਬੁਰਾਈਆਂ ਨੇ ਗਰੀਬ ਜਿਹੜੇ ਨੇ ਉਹਨਾਂ ਦੀ ਹਾਲਤ ਇਜ਼ਹਾਰ ਵੇਖ ਕੇ ਉਹਨਾਂ ਇਹ ਨਜ਼ਮ ਲਿਖੀ ਹੈ। दिन चढ़े तो टोकरी ढोल लगे श्यामा छिलड़े दा रवादार होवे आवे घर ते खान नू की लब्बे रुखी रोटी ते नाल अचार होवे। छिलड़े छिल्लड़ मतलब बहुत ਜਿਹੜੇ ਹੁੰਦੇ ਨੇ ਆਮ ਤੌਰ ਤੇ ਵੀ ਪੰਜਾਬੀ ਵਿੱਚ ਕਹਿੰਦੇ ਨੇ ਕਿ ਕੋਈ ਛਿੱਲੜ ਨਹੀਂ ਮੇਰੇ ਕੋਲ मतलब रुपया पैसे मेरे को बहुत थोड़े ਜਿਹੇ रवादार होना मुस्तहिक होना खान नू की लब्बे मतलब खाने वास्ते की लभदा है की मिलदा है
ਇਹਨਾਂ ਪੈਸਿਆਂ ਨਾਲ ਇਹ ਆਪ ਸੋਚੋ, ਇਹਨਾਂ ਪੈਸਿਆਂ ਨਾਲ ਤੁਸੀਂ ਇਹ ਖੁਦ ਸੋਚੋ ਕਿ ਫਿਲੋਸੋਫੀਆਂ करे कि डंग टोरे, ਫਿਲੋਸੋਫੀਆਂ करे मतलब आयाशियां करे या अपना गुजारा करे। ਤੁਸੀਂ ਵਿੱਚ ਕਿਤਾਬਾਂ ਹਜ਼ਾਰ ਲਿਖੋ, ਲੋਕੋ ਦੁੱਧ ਪੀਓ, ਲੋਕੋ ਫਲ ਖਾਓ, ਹਫਤਾ ਸੇ ਇਤਮਾਨਾਨ ਨੂੰ ਰੇਡੀਓ ਤੇ ਲਖਵਾਰ ਦੁਆਈਆਂ ਪੈ ਪਾਓ। ਇਸ ਤਰ੍ਹਾਂ ਤੁਸੀਂ ਨੇ ਸ਼ੇਰ ਵੀ ਲਿਖਣੇ ਨੇ, ਹਰ ਹੈਡਿੰਗ ਵਿੱਚ ਕਮ ਤੋਂ ਕਮ ਇੱਕ ਸ਼ੇਰ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਅਖੀਰ ਤੇ ਤੁਸੀਂ ਮੁੱਖ ਦੀ ਗੱਲ ਲਿਖਣੀ ਹੈ। ਮੁੱਖ ਦੀ ਗੱਲ ਤੁਸੀਂ ਕੀ ਲਿਖਣਾ ਹੈ, ਮੁੱਖ ਦੀ ਗੱਲ ਤੁਸੀਂ ਲਿਖਣੀ ਕਿਵੇਂ ਹੈ ਕਿ ਇਸ ਵਿੱਚ ਤੁਸੀਂ ਲਿਖੋਗੇ ਕਿ ਮੁਖਤਸਰਨ ਇਹ ਹੈ ਕਿ ਇਹਦੇ ਵਿੱਚ ਸ਼ਰੀਫ ਕੰਜਾਹੀ ਜਿਹੜੇ ਨੇ ਉਹ ਨਵੀਂ ਪੰਜਾਬੀ ਸ਼ਾਇਰੀ ਦੇ ਬਾਣੀ ਨੇ, ਔਰ ਉਹਨਾਂ ਦੇ ਜਿਹੜੇ ਨਵੇਂ ਖਿਆਲਾਤ ਨੇ, ਅਹਿਸਾਸਾਤ ਨੇ, ਤਜਰਬਾਤ ਨੇ, ਮੁਸ਼ਾਹਿਦਾਤ ਨੇ, ਉਹਨਾਂ ਨੂੰ ਉਹਨੇ ਇੱਕ ਨਵੀਂ ਹੈਯਤ, ਨਵੇਂ ਅੰਦਾਜ਼ ਨਾਲ ਇੰਝ ਪੇਸ਼ ਕੀਤਾ ਹੈ ਕਿ ਉਹਦੇ ਵਿੱਚ ਜਿਹੜੇ ਇੱਕ ਗਰੀਬ ਤਬਕੇ ਦੇ ਮਸਾਇਲ ਨੇ, ਜਿਹੜੇ ਸਾਡੀ ਮੁਆਸ਼ਰਤੀ ਬੁਰਾਈਆਂ ਨੇ, ਉਹ ਜਿਹੜੀਆਂ ਨੇ, ਜਾਂ ਸਾਡਾ ਪੰਜਾਬ ਦਾ ਕਲਚਰ ਹੈ, ਉਹ ਉਹਨਾਂ ਦੀ ਵਜ਼ਾਹਤ ਹੋ ਜਾਂਦੀ। ਉਹ ਉਹਨਾਂ ਨੇ ਹਰ ਤਰ੍ਹਾਂ ਆਪਣੇ ਅੰਦਰ ਪੂਰੇ ਦੌਰ ਨੂੰ ਸਮੇਟ ਲਿਆ ਹੈ। ਉਸ ਤੋਂ ਇਲਾਵਾ ਉਹਨਾਂ ਦੀ ਨਜ਼ਮਾਂ ਦੇ ਮੌਜ਼ੂਆਤ ਨੇ, ਜ਼ੁਬਾਨ ਨੇ, ਜਿਹੜੇ ਉਹਨਾਂ ਰੋਜ਼ਮर्रा ਦੇ ਮੁਹਾਵਰੇ ਨੇ, ਉਹਨਾਂ ਦੀ ਉਹ ਇੱਕ ਫਨਕਾਰੀ ਦੀ ਗਵਾਹੀ ਦਿੰਦੇ ਨੇ ਕਿ ਉਹ ਇੱਕ ਅਜ਼ੀਮ ਫਨਕਾਰ ਨੇ, ਉਹ ਇੱਕ ਕਾਮਯਾਬ ਤੇ ਹਕੀਕਤ ਪਸੰਦ ਸ਼ਾਇਰ ਨੇ। ਉਹਨਾਂ ਖਿਆਲੀ ਸ਼ਾਇਰੀ ਨਹੀਂ ਕੀਤੀ, ਬਲਕਿ ਆਪਣੇ ਕਲਚਰ, ਆਪਣੇ ਮਾਹੌਲ ਨੂੰ ਸਾਹਮਣੇ ਰੱਖ ਕੇ, ਮੁੱਖ ਰੱਖ ਕੇ ਸ਼ਾਇਰੀ ਕੀਤੀ ਹੈ ਤੇ ਨਵੀਂ ਪੰਜਾਬੀ ਨਜ਼ਮ ਦੀ ਬੁਨਿਆਦ ਰੱਖੀ ਹੈ। ਠੀਕ ਹੈ, ਇਹ ਤੁਸੀਂ ਮੁੱਖ ਦੀ ਗੱਲ ਹੈ। ਇਸ ਤਰ੍ਹਾਂ ਤੁਸੀਂ ਬਣਾਉਣੀ ਆਈ, ਤੁਸੀਂ ਇਹ ਜਗ੍ਹਾ ਤੇ ਤੁਹਾਨੂੰ ਵਿਖਾ ਦਿੱਤੀ ਹੈ। ਤੁਸੀਂ ਇਹਦੇ ਨਾਲ ਵੀ ਦੂਸਰਾ ਜਿਹੜਾ ਚਾਰ ਚੁੱਕ ਚੀਜ਼ਾਂ ਨੇ ਉਮੀਦ ਨਿਆਜ਼ੀ, ਇੱਥੇ ਤੁਸੀਂ ਅਸਾਈਨਮੈਂਟ ਬਣਾਉਣੀ ਹੈ। ਠੀਕ ਹੈ, ਤੁਸੀਂ ਗਰੁੱਪ ਵਿੱਚ ਸੈਂਡ ਕਰਨੀ ਹੈ। ਫਿਰ ਮੈਂ ਜਾਂ ਤੁਹਾਨੂੰ ਮੈਂ ਗਰੁੱਪ ਵਿੱਚ ਈਮੇਲ ਸ਼ੇਅਰ ਕਰ ਦੇਵਾਂਗੀ। ਉਸ ਈਮੇਲ 'ਤੇ ਤੁਸੀਂ ਸੈਂਡ ਕਰ ਦੇਣੇ ਤੇ ਫਿਰ ਮੈਂ ਤੁਹਾਨੂੰ ਚੈੱਕ ਕਰਕੇ ਵਾਪਸ ਈਮੇਲ ਹੀ ਤੇ ਕਰ ਦੇਵਾਂਗੀ। ਤੇ ਇਸ ਤੋਂ ਇਲਾਵਾ ਅਗਰ ਕੋਈ ਤੁਹਾਡਾ ਕੁਐਸਚਨ ਹੈ, ਤੁਸੀਂ ਕਮੈਂਟ ਬਾਕਸ 'ਤੇ ਜ਼ਰੂਰ ਪੁੱਛੋ, ਗਰੁੱਪ ਵਿੱਚ ਜ਼ਰੂਰ ਪੁੱਛਿਆ। ਠੀਕ ਹੈ, ਤੇ ਅਗਰ ਕੋਈ ਪੰਜਾਬੀ ਵਿੱਚ ਮਸਲਾ ਹੋਵੇ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ। ਇਸ ਤਰ੍ਹਾਂ ਇਹ ਸਾਰੇ ਜਿਹੜੇ ਅਸੀਂ ਦੀ ਸ਼ਾਇਰੀ ਹੈ ਇਹ ਤੁਸੀਂ ਕੰਪਲੀਟ ਕਰਨੀ ਹੈ। ਅਗਰ ਤੁਹਾਨੂੰ ਇਹਨਾਂ ਬਾਕੀਆਂ ਵਿੱਚ ਕੋਈ ਮਸਲਾ ਹੋਵੇ ਤੇ ਤੁਸੀਂ ਦੱਸਣਾ ਹੈ, ਉਹ ਵੀ ਤੁਹਾਡਾ ਸੌਰਟ ਕਰ ਸਾਂਗੇ ਕਿਸੇ ਹੋਰ ਤੁਹਾਨੂੰ ਲੈਕਚਰ ਚਾਹੀਦਾ। ਬਾਕੀ ਕੱਲ ਜਿਹੜੇ ਅਸੀਂ ਉਹ ਜਿਹੜੀ ਪੰਜਾਬੀ ਦੀ ਕਲਾਸਿਕੀ ਸ਼ਾਇਰੀ ਉਹਦੇ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਤਸ਼ਰੀਹ ਕਿਵੇਂ ਲਿਖਣੀ ਹੈ। ਤੇ ਉਸ ਤੋਂ ਬਾਅਦ ਫਿਰ ਅਸੀਂ ਕਰੀਮ ਨਸਰ ਤੇ ਇਸ ਤਰ੍ਹਾਂ ਅਸੀਂ 4 ਲੈਕਚਰ ਵਿੱਚ ਪੰਜਾਬੀ ਦਾ ਪੇਪਰ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਮੈਂ ਅਸਾਈਨਮੈਂਟ ਦੇਵਾਂਗੀ। ਉਸ ਤੋਂ ਬਾਅਦ ਥੋੜਾ 2 ਅਸਾਈਨਮੈਂਟ ਤੋਂ ਬਾਅਦ ਥੋੜਾ ਮੌਕ ਹੋਵੇਗਾ। ਉਸ ਮੌਕ ਤੋਂ ਬਾਅਦ ਜੇ ਅਸੀਂ पेपर 2 स्टार्ट करेंगे। ठीक है, कल तक क्लास के लिए अल्लाह हाफिज़ डियर स्टूडेंट्स।